सतगुर की जिसनु मत आवे सो सतगुर माहि समाना। एह बाणी जो जियों जाने तिसे अंतर रवे हर नाम बाणी गुरु। गुरु है बाणी विच बाणी अमृत सारे। गुर बाणी कहे सेवक जन मानै। परतख गुरु निस्तारे। बाणी बिरलो विचारसी। जे को गुरमुख होए। एह वाणी महापुरख की निज कर वासा होए। मलार महल्ला पंजवा। गुण गोपाल गाँव नीत। राम नाम तार चीत। रहा छोड़ मान तज गुमान। मिल साधुआं के संग। हर सिमर एक रंग। मिट जाहे दुख मीत। पार ब्रह्म पै दयाल। बिनस गए बिखै जंजाल। साध जना कह चरण लाग। नानक गावे गोबिंद नीत। साध जना कह चरण लाग। नानक गावे गोबिंद नीत।
खालसा वाहिगुरु जी की फतेह। ये पावन शब्द जो 1272 अंग ते दर्ज है, इस शब्द दी विचार सिख कौम दे महान विद्वान बाबा बंता सिंह जी, मुख सेवादार संप्रदाय बाबा बिधि चंद साहिब मुंडा पिंड वाले आप जी नूं सरवण करवाउणगे। 2 दिन का बाबा जी का समा है साडे पास। ननकाना साहब का शहीदी साका 21 तरीक नूं है। गुरुद्वारा बाला साहब जो 8वें पातशाह जी के पवित्र नाम तो हॉस्पिटल बन रहा है, उसकी सेवा जथेदार बाबा बचन सिंह जी करवा रहे हैं। इस सेवा दे विच तन मन धन नाल अपना हिस्सा पाओ। गरीब गुरसिख परिवारां दे बच्चों की पढ़ाई वास्ते, उन्हां बच्चों नूं अडाप्ट करने वास्ते जोड़ा घर दे बाहर विशेष डेस्क काउंटर बने है। उत्थे आप जी सेवा भी दे सकते हो। होर वधेरे जानकारी लिटरेचर तुहानूं प्राप्त हो सकता है। वलंटियर सेवा वास्ते अपना नाम, टेलीफोन नंबर, अपनी फोटो, पहचान पत्र की कापी दे के आप भी सेवा ले सकते हो। अगले समय वास्ते गुरबाणी विचार सरवण करिए जी। वाहिगुरु जी का खालसा वाहिगुरु जी की फतेह। वाहिगुरु। क्या हूँ कथी कथे कथ देखा, मैं अकथ ना कथना जाई, जो तुद भावै सोई आखा, तिल तेरी वड्याई, इते कुकर हूँ बेगाना, भौका इस तन ताई, भगत हीण नानक जे होएगा, ता खसमै नाउ ना जाई। सतगुर जीवड़ दाता को नहीं, सब सुने हो लोक सुबाया, सतगुर मिलिया सच पाया, जिनी विच हो आप गवाया। ज्ञान ना गल्ली ढूंढिया, कथना करना सारो, कर्म मिलै तां पाइयै, होर हिकमत हुक्म खुआरो। चवर छतर तखत दे मालक
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਿਆਂ ਕਰਨ ਦੇ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਦੇ ਵਿੱਚ ਹਾਜ਼ਰੀਨ ਹੋ। ਆਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਕ ਬਾਣੀ ਦੇ ਨਾਲ ਜੁੜਨ ਦਾ ਯਤਨ ਕਰੀਏ। ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੁਣਾਂ ਨੇ ਬੜੇ ਸਹਿਜ ਦੇ ਵਿੱਚ ਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼੍ਰੀ ਮੁਖਵਾਕ ਸੰਗਤਾਂ ਨੂੰ ਸਰਵਣ ਕਰਵਾਇਆ ਹੈ, ਜੋ 1272 ਅੰਗ ਉੱਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਦਰਜ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਇਹ ਫਰਮਾਨ, ਮਹਾਰਾਜ ਇੱਕ ਹੁਕਮ ਕਰਦੇ ਨੇ, ਜਿਤਨੀ ਵੀ ਇਹ ਬਾਣੀ ਹੈ, ਜਿਤਨੇ ਵੀ ਗੁਰੂ ਪਾਤਸ਼ਾਹ ਦੇ ਬਚਨ ਨੇ, ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈ ਗੋ। ਬਾਣੀ ਅਤੇ ਗੁਰਾਂ ਦੇ ਵਿੱਚ ਕੋਈ ਫਰਕ ਨਹੀਂ ਹੈ, ਬਾਣੀ ਅਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਬੋਲ ਜਿਸ ਦੇ ਨੇ ਉਸ ਦੀ ਹਸਤੀ ਅਤੇ ਬੋਲ ਇੱਕ ਹੀ ਹੁੰਦੇ ਨੇ। ਸਮੁੰਦਰ, ਛੱਲਾਂ, ਬੁਲਬੁਲੇ ਸਭ ਇੱਕ ਨੇ। ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਜਿਹੜਾ ਵੀ ਇਹਨਾਂ ਬਚਨਾਂ ਦੇ ਉੱਤੇ ਅਕੀਦਾ ਰੱਖੇਗਾ, ਭਰੋਸਾ ਰੱਖੇਗਾ, ਇਹਨਾਂ ਬਚਨਾਂ ਨੂੰ ਕਮਾਵੇਗਾ, ਪਾਦਰ ਮੁਕਤ ਜਨਾਵੈ ਗੋ, ਉਹ ਮੁਕਤੀ ਹਾਸਲ ਕਰੇਗਾ। ਪਾਦਰ ਤੋਂ ਭਾਵ ਮੁਕਤੀ ਦਾ ਰਸਤਾ ਇਹ ਸ਼ਬਦ ਦੇ ਬਾਣੀ ਦਰਸਾ ਦਿੰਦੇ ਨੇ। ਦੁੱਖਾਂ ਤੋਂ ਮੁਕਤ, ਵਿਕਾਰਾਂ ਤੋਂ ਮੁਕਤ, ਰੋਗਾਂ ਤੋਂ ਸੋਗਾਂ ਤੋਂ ਮੁਕਤ ਜਿਹੜਾ ਵੀ ਇਸ ਬਾਣੀ ਨੂੰ ਕਮਾ ਲੈਂਦਾ ਹੈ। ਗੁਰੂ ਅਰਜਨ ਸਾਹਿਬ ਫਰਮਾਨ ਕਰਦੇ ਨੇ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਲਾਰ ਮਹੱਲਾ ਪੰਜਵਾਂ। ਗੁਣ ਗੋਪਾਲ ਗਾਓ ਨੀਤ, ਰਾਮ ਨਾਮ ਧਾਰ ਚੀਤ। ਮਲਾਰ ਰਾਗ ਦੇ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ, ਗੁਣ ਦਾ ਭਾਵ ਹੈ ਵਿਸ਼ੇਸ਼ਣ, ਸਿਫਤਾਂ, ਜੋ ਉਸ ਦੀ ਸਲੌਤਾ ਹੈ। ਔਰ ਕਰਤਾਰ ਵਰਗੀਆਂ, ਗੋਪਾਲ ਵਰਗੀਆਂ, ਗੋ ਦਾ ਮਤਲਬ ਧਰਤੀ ਹੈ, ਪਾਲ ਪਾਲਣ ਵਾਲਾ, ਹੋਰ ਕਿਸੇ ਦੀਆਂ ਸਿਫਤਾਂ ਨਹੀਂ। ਪਰਮਾਤਮਾ ਵਰਗੇ ਹੋਰ ਕਿਸੇ ਦੇ ਵਿੱਚ ਗੁਣ ਨਹੀਂ। ਤੁਸੀਂ ਰੋਜ਼ ਪੜ੍ਹਦੇ ਹੋ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਇਹ ਜਿਹੜਾ ਗੁਣ ਹੈ ਹੋਰ ਕਿਸੇ ਵਿੱਚ ਨਹੀਂ, ਭਾਵ ਉਹਦੇ ਵਰਗਾ ਨਾ ਕੋਈ ਹੋਇਆ ਹੈ ਨਾ ਕੋਈ ਹੋ ਸਕਦਾ ਹੈ। ਗੁਣ ਦੇ ਕਈ ਅਰਥ ਨੇ। ਕਿਸੇ ਦੀਆਂ ਖੂਬੀਆਂ ਬਿਆਨ ਕਰਨੀਆਂ, ਸਿਫਤ ਵਾਲੀਆਂ ਗੱਲਾਂ ਨੂੰ ਬਿਆਨ ਕਰਨਾ। ਜਿਹੜਾ ਗੁਣ ਲਫ਼ਜ਼ ਹੈ, ਇਹਦਾ ਭਾਵ ਹੈ ਕਿਸੇ ਦੀ ਸ਼ੋਭਾ ਕਰਨੀ, ਕੀਰਤੀ ਗਾਉਣੀ, ਵਡਿਆਈ ਕਰਨੀ ਔਰ ਸਦੀਵੀ ਕਰਦੇ ਰਹਿਣਾ। ਕਿਸੇ ਦੀਆਂ ਚੰਗਿਆਈਆਂ ਨੂੰ ਗਾਉਣਾ, ਨੇਕ ਕਰਮ ਨੂੰ ਵਡਿਆਉਣਾ, ਕਿਸੇ ਦੇ ਸੁਭਾਵਾਂ ਨੂੰ, ਲੱਛਣ ਨੂੰ ਬਿਆਨ ਕਰਨਾ।
ਉਪਕਾਰ ਨੂੰ ਵੀ ਗੁਣ ਕਿਹਾ ਜਾਂਦਾ ਹੈ। ਅਹਿਸਾਨ ਜੋ ਸਾਡੇ ਤੇ ਕਰਦਾ ਹੈ, ਜੋ ਸਾਡੇ ਨਾਲ ਗੁਣ ਕਰਦਾ ਹੈ, ਜੋ ਸਾਡੇ ਨਾਲ ਕਰਮ ਕਰਦਾ ਹੈ, ਉਹਨਾਂ ਉਪਕਾਰਾਂ ਨੂੰ ਮਹਿਸੂਸ ਕਰਕੇ ਦੇਖ ਕੇ ਆਪਾਂ ਉਹਦੀ ਸਿਫਤ ਕਰਦੇ ਹਾਂ, ਵਡਿਆਈ ਕਰਦੇ ਹਾਂ। ਤੁਸੀਂ ਰੋਜ਼ ਪੜ੍ਹਦੇ ਹੋ, ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ। ਇੰਨੇ ਕੁ ਤੂੰ ਸਾਡੇ ਨਾਲ ਗੁਣ ਕਰਦਾ ਹੈ, ਉਪਕਾਰ ਕਰਦਾ ਹੈ। ਜ਼ੁਬਾਨ ਇੱਕ ਹੈ, ਸਾਰੇ ਬਿਆਨ ਨਹੀਂ ਕੀਤੇ ਜਾ ਸਕਦੇ। ਗੁਣਾ ਤੋਂ ਭਾਵ ਹੈ ਉਹਦੇ ਉਪਕਾਰਾਂ ਨੂੰ ਯਾਦ ਕਰਕੇ ਉਸ ਦੀ ਖਾਸੀਅਤ ਨੂੰ, ਸੁਭਾਅ ਨੂੰ, ਤਾਸੀਰ ਨੂੰ, ਕੀਰਤੀ ਨੂੰ ਗਾਉਣਾ। ਸੋ ਮਹਾਰਾਜ ਪਾਤਸ਼ਾਹ ਨਾਲੇ ਵੀ ਕਹਿੰਦੇ ਨੇ, ਇਹ ਨਹੀਂ ਵੀ ਇੱਕ ਦਿਨ ਗਾ ਲਿਆ ਤੇ ਰੁਕ ਗਏ। ਗੁਣ ਗੋਪਾਲ ਗਾਓ ਨੀਤ, ਨਿਤ ਗਾਉਣਾ ਹੈ। ਮਨ ਦੇ ਵਿੱਚ ਸਿਮਰ ਕੇ, ਯਾਦ ਕਰਕੇ, ਰਸਨਾ ਦੇ ਨਾਲ ਸदैव ਨਿਤ ਸਦਾ ਉਸ ਦੇ ਗੀਤ ਗਾਉਣੇ ਨੇ। ਨਿਤਾ ਪ੍ਰਤੀ ਨਿਤਨੇਮ ਦੇ ਸਹਿਤ ਉਸ ਦੀ ਕੀਰਤੀ ਕਰਨੀ ਹੈ। ਸੋ ਜਦੋਂ ਯਾਦ ਕਰੀਏ ਵੀ ਪ੍ਰਭੂ ਦਾਤਾਰ ਹੈ, ਸਾਡੇ ਤੇ ਉਪਕਾਰ ਬੜੇ ਕਰਦਾ ਹੈ, ਸਾਡੇ ਤੇ ਗੁਣ ਬੜੇ ਕਰਦਾ ਹੈ, ਫਿਰ ਉਸ ਦੀ ਯਾਦ ਆਉਂਦੀ ਹੈ, ਉਸ ਦੇ ਅਹਿਸਾਨ ਮਹਿਸੂਸ ਹੁੰਦੇ ਨੇ, ਉਸ ਦੀ ਕੀਰਤੀ ਗਾਈ ਜਾਂਦੀ ਹੈ। ਔਰ ਦੇ ਇਤਨਾ ਕੁਝ ਰਿਹਾ ਹੈ, ਕਹਿੰਦੇ ਦੇਂਦਾ ਦੇ, ਲੈਂਦੇ ਥਕ ਪਾਹੇ ਜੁਗਾ ਜੁਗੰਤਰ, ਖਾਹੀ ਖਾਹੇ ਜੁਗਾਂ ਜੁਗਾਂ ਤੋਂ ਦੇ ਰਿਹਾ ਹੈ, ਉਪਕਾਰ ਕਰ ਰਿਹਾ ਹੈ। ਇਸ ਕਰਕੇ ਉਹਦੇ ਗੁਣ ਗਾਉਣੇ ਨੇ। ਅੱਛਾ, ਇੱਕ ਹੋਰ ਗੱਲ ਹੈ, ਆਮ ਦੇਖਣ ਵਿੱਚ ਆਵੇਗਾ ਵੀ ਕਿਸੇ ਮਨੁੱਖ ਦੇ ਕੋਲੋਂ ਮੰਗੀਏ, ਕਿਸੇ ਇਨਸਾਨ ਦੇ ਕੋਲੋਂ ਵਾਰ-ਵਾਰ ਮੰਗੀਏ, ਉਹ ਨਹੀਂ ਦਿੰਦਾ, ਮੂੰਹ ਫੇਰ ਲੈਂਦਾ ਹੈ। ਉਹਦਾ ਸੁਭਾਅ ਹੈ, ਮੂੰਹ ਫੇਰ ਲੈਂਦਾ ਹੈ। ਪਰ ਪਰਮਾਤਮਾ ਐਸਾ ਬਖਸ਼ਿੰਦ ਹੈ, ਬਿਨਾ ਮੰਗੇ ਹੀ ਦੇਈ ਜਾ ਰਿਹਾ ਹੈ, ਉਪਕਾਰ ਕਰੀ ਜਾ ਰਿਹਾ ਹੈ। ਅਣ ਮੰਗਿਆ ਦਾਨ ਦੇਵਣਾ, ਕਹੋ ਨਾਨਕ ਸੱਚ ਸਮਾਲ ਜੀਓ। ਬਿਨਾ ਮੰਗੇ ਦੇ ਰਿਹਾ ਹੈ। ਐਸਾ ਦਇਆਲੂ ਹੈ, ਬਿਨਾ ਮੰਗੇ ਝੋਲੀਆਂ ਭਰੀ ਜਾਂਦਾ ਹੈ। ਮਾਂ ਬਾਪ ਬਿਨਾ ਮੰਗ ਤੋਂ ਮਿਲੇ ਨੇ, ਸ਼ਰੀਰ ਬਿਨਾ ਮੰਗ ਤੋਂ ਮਿਲਿਆ ਹੈ। ਇਹ ਇੰਦਰੇ ਅੱਖ ਨੱਕ ਕੰਨ ਆਦਿਕ ਚੱਲ ਰਹੇ ਨੇ, ਬਿਨਾ ਮੰਗ ਤੋਂ ਇਹ ਬਖਸ਼ਿਸ਼ ਹੋਈ ਹੈ। ਔਲਾਦ ਬਿਨਾ ਮੰਗ ਤੋਂ ਮਿਲੀ ਹੈ। ਇਹ ਹਸਤ, ਇਹ ਪੈਰ ਬਿਨਾ ਮੰਗਿਆਂ ਮਿਲੇ ਨੇ। ਸਵਾਸ ਚੱਲਦੇ ਰਹਿਣ, ਇਹ ਵਾਯੂ, ਇਹ ਹਵਾ ਬਿਨਾ ਮੰਗਿਆਂ ਮਿਲੀ ਹੈ। ਸੂਰਜ ਰੌਸ਼ਨੀ ਦੇ ਰਿਹਾ ਹੈ, ਮੰਗਣ ਦੀ ਲੋੜ ਨਹੀਂ ਪੈਂਦੀ। ਉਹਦੇ ਦਾਨ, ਉਹਦੇ ਉਪਕਾਰ ਕੀਤੇ ਹੋਏ ਸਾਡੇ ਤੇ ਇਤਨੇ ਕਿੰਨੇ, ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਅੱਛਾ, ਤੁਸੀਂ ਵੇਖੋ, ਥੋੜੀ ਜੀ ਘਰ ਵਿੱਚ ਰੌਸ਼ਨੀ ਕਰਨ ਲਈ ਬਿਜਲੀ ਬਾਲਦੇ ਹੋ, ਮਹੀਨੇ ਬਾਅਦ ਬਿੱਲ ਦੇਣਾ ਪੈਂਦਾ ਹੈ। ਸਦੀਆਂ ਤੋਂ ਸੂਰਜ ਰੌਸ਼ਨੀ ਕਰ ਰਿਹਾ ਹੈ, ਮੁਫਤ ਵਿੱਚ, ਦਾਨ ਵਿੱਚ। ਉਹਦੇ ਬਦਲੇ ਪਰ ਈਸ਼ਵਰ ਸਾਡੇ ਕੋਲੋਂ ਕੁਝ ਨਹੀਂ ਲੈਂਦਾ, ਬਦਲੇ ਵਿੱਚ ਅਸੀਂ ਕੁਝ ਨਹੀਂ ਦਿੰਦੇ। ਬਿਨਾ ਮੰਗਿਆਂ ਝੋਲੀਆਂ ਭਰਨ ਵਾਲਾ ਪਰਮਾਤਮਾ, ਉਹਦੇ ਵਰਗਾ ਕੋਈ ਦਾਨੀ ਨਹੀਂ, ਉਹਦੇ ਨਾਲੋਂ ਵੱਡਾ ਕੋਈ ਦਾਨੀ ਨਹੀਂ। ਬਾਣੀ ਕਹਿੰਦੀ ਹੈ, ਸਭ ਤੁਧ ਪਾਸੋਂ ਮੰਗਦੇ ਨਿਤ ਕਰ ਅਰਦਾਸ, ਸਾਰੇ ਹੈ ਅਕਾਲ ਪੁਰਖ ਤੇਰੇ ਤੋਂ ਹੀ ਮੰਗਦੇ ਨੇ। ਕਿਉਂਕਿ ਵਾਰ-ਵਾਰ ਮੰਗਿਆਂ ਵੀ ਤੂੰ ਕਦੇ ਮੁਨਕਰ ਨਹੀਂ ਹੁੰਦਾ, ਝੋਲੀਆਂ ਭਰਦਾ ਹੀ ਰਹਿਣਾ ਹੈ। ਜਿਸ ਨੂੰ ਤੂੰ ਦੇ ਦੇਵੇਂ, ਝੋਲੀਆਂ ਭਰ ਦਵੇਂ, ਉਹਦੇ ਮੰਗਣੇ ਮੁੱਕ ਜਾਂਦੇ ਨੇ। ਬਾਣੀ ਦਾ ਫਰਮਾਨ ਹੈ, ਸਭ ਤੁਧ ਹੈ ਪਾਸੋਂ ਮੰਗਦੇ ਨਿਤ ਕਰ ਅਰਦਾਸ, ਜਿਸ ਤੂੰ ਦੇਹ ਤਿਸ ਸਭ ਕਿਛ ਮਿਲੈ। ਜਿਸ ਤੂੰ ਦੇਹ ਤਿਸ ਸਭ ਕਿਛ ਮਿਲੈ, ਇੱਕ ਨਾ ਦੂਰ ਹੈ ਪਾਸ। ਹਾਂ, ਜਿਸ ਨੂੰ ਦੇਣਾ ਚਾਹੁੰਦਾ ਹੈ, ਝੋਲੀਆਂ ਭਰ ਦਿੰਦਾ ਹੈ। ਕਈਆਂ ਦੇ ਤੂੰ ਕਰੀਬ ਹੈ, ਕਈਆਂ ਤੋਂ ਦੂਰ ਹੈ, ਭਾਵ ਕਿ ਕਈਆਂ ਦੇ ਚੇਤੇ ਵਿੱਚ ਹੈ, ਕਈਆਂ ਦੇ ਚੇਤੇ ਤੋਂ ਬਾਹਰ ਹੈ।
ਕਲਗੀਧਰ ਪਾਤਸ਼ਾਹ ਵੀ ਕਹਿੰਦੇ ਆ ਮਨ ਭਾਉਂਦੀਆਂ ਦਾਤਾਂ ਦੇ ਰਿਹਾ ਹੈ। ਜ਼ਫਰਨਾਮੇ ਦੇ ਬੋਲ ਨੇ ਅਤਾ ਬਖਸ਼ਿਓ ਪਾਕ ਪਰਵਰਦੀਗਾਰ ਔਰ ਰਹੀਮਸਤ ਰੋਜ਼ੀ ਦੇ ਹੋ ਹਰ ਦਿਆਰ। ਜਿਹੜਾ ਅਤਾ ਲਫ਼ਜ਼ ਹੈ ਨਾ, ਅਰਬੀ ਦਾ ਲਫ਼ਜ਼ ਹੈ। ਅਤਾ ਦਾ ਮਤਲਬ ਹੈ ਦਾਨ ਦੇਣਾ, ਬਖਸ਼ਿਸ਼ ਕਰਨੀ। ਪਰਮਾਤਮਾ ਤੂੰ ਅਤਾ ਬਖਸ਼ਦਾ ਹੈ, ਦਾਤਾਂ ਦਿੰਨਾ ਹੈ। ਪਾਕ ਤੋਂ ਭਾਵ ਤੂੰ ਪਵਿੱਤਰ ਬੜਾ ਹੈ, ਤੇਰੇ ਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮੈਲ ਨਹੀਂ ਹੈ। ਪਰਵਰਦੀਗਾਰ ਪਾਲਣਾ ਕਰਨ ਵਾਲਾ। ਏਦਾਂ ਦਾਤਾਂ ਦੇ ਕੇ ਪਾਲ ਰਿਹਾ ਹੈ ਜਿਵੇਂ ਮਾਂ ਬੱਚੇ ਨੂੰ ਪਾਲਦੀ ਹੈ। ਕਿਉਂ ਦਿੰਨਾ ਹੈ? ਕਹਿੰਦੇ ਤੂੰ ਰਹੀਮ ਹੈ, ਰਹਿਮ ਕਰਨ ਵਾਲਾ ਹੈ। ਔਰ ਰਹਿਮ ਕਰਕੇ ਸਾਰਿਆਂ ਨੂੰ ਰੋਜ਼ੀ ਐ ਪ੍ਰਮਾਤਮਾ ਤੂੰ ਦੇ ਰਿਹਾ ਹੈ। ਹਰ ਦੇਸ਼ ਵਿੱਚ ਹਰ ਭੇਸ ਵਿੱਚ ਝੋਲੀਆਂ ਭਰ ਰਿਹਾ ਹੈ। ਸੋ ਅਕਾਲ ਪੁਰਖ ਸਾਨੂੰ ਦਾਨ ਦਿੰਦਾ ਹੈ, ਸਾਰੇ ਸੁਖ ਸਹੂਲਤਾਂ ਬਖਸ਼ਦਾ ਹੈ। ਸਰਬ ਸੁਖਾ ਮੈਂ ਤੁਝ ਤੇ ਪਾਏ ਮੇਰੇ ਠਾਕੁਰ ਅਗਹਿ ਅਤੁੱਲੇ। ਸਾਰੇ ਸੁਖ ਤੈਤੋਂ ਪਾਏ ਨੇ, ਸਾਰੇ ਸੁਖ ਤੂੰ ਦੇਣ ਵਾਲਾ ਹੈ। ਸੋ ਜਦੋਂ ਉਹਦੇ ਕੀਤੇ ਹੋਏ ਉਪਕਾਰਾਂ ਨੂੰ ਯਾਦ ਕਰੋਗੇ ਤੇ ਉਹਦੇ ਗੁਣ ਗਾਉਣ ਨੂੰ ਚਿੱਤ ਕਰੇਗਾ ਵੀ ਸਦੀਵੀ ਝੋਲੀਆਂ ਭਰਦਾ ਹੈ, ਉਸ ਨੂੰ ਯਾਦ ਕਰੀਏ, ਉਹਦੇ ਗੀਤ ਗਾਈਏ, ਉਹ ਦੇਣ ਵਾਲਾ ਹੈ। ਅੱਛਾ, ਬਾਣੀ ਦੇ ਵਿੱਚ ਉਹਦੇ ਕਈ ਅਹਿਸਾਨ ਕੀਤੇ ਹੋਏ ਗੁਣ ਉਪਕਾਰ ਦਰਜ ਨੇ। ਮਹਾਰਾਜ ਰਚਨਾ ਤੋਂ ਹੀ ਗੱਲ ਸ਼ੁਰੂ ਕਰਦੇ ਨੇ, ਕਹਿੰਦੇ ਦੇਖ ਉਹਦੇ ਗੁਣ, ਦੇਖ ਉਹਦੇ ਉਪਕਾਰ। ਰਾਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾੜ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਭਾਰਿਆ। ਬਾਰ ਬਿਵਸਥਾ ਤੁਝੈ ਪਿਆਰੈ ਦੂਧ ਭਰ ਜੋਬਨ ਭੋਜਨ ਸੁਖ ਸੂਦ। ਬਿਰਦ ਭਇਆ ਊਪਰ ਸਾਖ ਸੈਨ ਮੁਖ ਅਪਿਆਉ ਬੈਠ ਕੋ ਦੈਨ। ਕਹਿੰਦੇ ਦੇਖ ਉਹਦੇ ਉਪਕਾਰ ਚੇਤੇ ਕਰ, ਉਹਦੇ ਗੁਣ ਚੇਤੇ ਕਰ। ਕੀ ਕੀ ਗੁਣ ਕਰਦਾ ਹੈ ਤੇਰੇ ਨਾਲ। ਰਾਮਈਆ ਕੇ ਗੁਣ ਚੇਤ ਪ੍ਰਾਣੀ। ਐ ਪ੍ਰਾਣਾ ਦੇ ਬਲਬੂਤੇ ਚੱਲਣ ਵਾਲੇ ਇਨਸਾਨ, ਤੇਰਾ ਆਧਾਰ ਪ੍ਰਾਣ ਨੇ ਜੋ ਪ੍ਰਮਾਤਮਾ ਦੇ ਬਖਸ਼ੇ ਹੋਏ ਨੇ। ਸਾਹ ਨਾ ਹੋਣ ਤੇ ਤੂੰ ਚੱਲ ਨਹੀਂ ਸਕਦਾ। ਹਿਰਦੇ ਵਿੱਚ ਚੇਤੇ ਕਰ ਉਹਦੇ ਗੁਣਾਂ ਨੂੰ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਮੂਲ ਤੇਰਾ ਵਜੂਦ ਕਿਤਨਾ ਮੈਲਾ ਹੈ ਤੇ ਦ੍ਰਿਸ਼ਟਮਾਨ ਜੋ ਤੂੰ ਦਿਖਦਾ ਹੈ ਕਿੱਡਾ ਸੁੰਦਰ ਹੈ। ਇਹਦਾ ਭਾਵ ਕੀ ਹੈ? ਮਾਤਾ ਦੇ ਗਰਭ ਰੂਪੀ ਖੇਤ ਵਿੱਚ ਪਿਤਾ ਦਾ ਪਲੀਤ ਕਤਰਾ ਰੂਪੀ ਬੀਜ ਜਦੋਂ ਬੀਜਿਆ ਗਿਆ, ਕੀ ਹੈ? ਲਹੂ ਮਿੱਝ। ਗੰਦਗੀ ਤੋਂ, ਜਿਸ ਮੂਲ ਤੋਂ ਪੈਦਾ ਹੋਇਆ ਹੈ ਤੂੰ, ਔਰ ਜੈਸੀ ਤੇਰੀ ਬਣਤਰ ਹੈ, ਜਦੋਂ ਦੇਖਣ ਵਿੱਚ ਆਉਣਾ ਹੈ ਰੰਗ ਰੂਪ ਤੇਰਾ ਕਿਤਨਾ ਸੁੰਦਰ ਲੱਗਦਾ ਹੈ। ਵੇਖੋ ਕਮਲ ਵਿੱਚ ਛੱਪੜ ਪੈਦਾ ਕਰ ਦਿੰਦਾ ਵਾਹਿਗੁਰੂ, ਛੱਪੜ ਵਿੱਚ ਕਮਲ ਪੈਦਾ ਕਰ ਦਿੰਦਾ। ਉਹ ਗੰਦਗੀ ਦੇ ਵਿੱਚ ਸੁੰਦਰਤਾ ਪ੍ਰਫੁੱਲਤ ਕਰ ਦਿੰਦਾ। ਉਹ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਮੂਲ ਕੀ ਸੀ? ਲਹੂ ਦਾ ਪਲੀਤ ਕਤਰਾ ਤੇ ਵੇਖ ਕਿੱਡਾ ਸੁੰਦਰ ਸਰੂਪ ਬਖਸ਼ ਦਿੱਤਾ ਹੈ। ਜਿਨ ਤੂੰ ਸਾਜ ਸਵਾਰ ਸਿਗਾਰਿਆ। ਪਹਿਲਾਂ ਦੇਖੋ ਹੱਡੀਆਂ ਦਾ ਢਾਂਚਾ ਤਿਆਰ ਕੀਤਾ, ਫਿਰ ਉਸ ਨੂੰ ਸਵਾਰਿਆ ਹੈ। ਇਹ ਨਾੜਾਂ, ਇਹ ਮਾਸ, ਇਹ ਗੰਢਨ ਗੰਢਿਆ ਹੈ ਉਸਨੇ। ਫਿਰ ਸ਼ਿੰਗਾਰ ਕੀਤਾ ਹੈ, ਉੱਤੇ ਸੋਹਣਾ ਚੰਮ ਲਾਇਆ ਹੈ, ਸੁੰਦਰ ਨੇਤਰ ਦਿੱਤੇ ਨੇ, ਨੈਣ ਨਕਸ਼ ਸ਼ੋਭਨੀਕ ਦਿੱਤੇ ਨੇ। ਜਿਵੇਂ ਕਾਮ ਕਾਰੀਗਰ ਪਹਿਲਾਂ ਘਰ ਦਾ ਢਾਂਚਾ ਤਿਆਰ ਕਰਦਾ ਹੈ, ਫਿਰ ਉਹਨੂੰ ਸਵਾਰਦਾ ਹੈ, ਪਲਸਤਰ ਕਰਦਾ ਹੈ, ਫਿਰ ਬੜੇ ਬੜੇ ਇੰਟੀਰੀਅਰ ਡਿਜ਼ਾਈਨਰ ਸ਼ਿੰਗਾਰਦੇ ਨੇ ਉਸ ਨੂੰ, ਪੇਂਟ ਹੁੰਦਾ ਹੈ, ਚੰਗਾ ਫਰਨੀਚਰ ਰੱਖਿਆ ਜਾਂਦਾ ਹੈ।
ਮੰਨ ਲਓ ਨਿਹਰਾ ਵਜੂਦ ਜੋ ਬੰਦੇ ਦਾ ਸੀ ਉਦਾਂ ਦਾ ਹੀ ਪੈਦਾ ਹੋ ਜੇ, ਲਹੂ ਦਾ ਕਤਰਾ ਤੇ ਦੇਖਣ ਨੂੰ ਚਿੱਤ ਨਹੀਂ ਕਰਦਾ। ਜੇ ਸਵਾਰੇ ਹੀ ਨਾ, ਸ਼ਿੰਗਾਰੇ ਹੀ ਨਾ, ਮਾਸ ਤੇ ਲਾ ਦਵੇ ਉੱਤੇ ਚੰਮ ਦੀ ਲਹਿਰ ਨਾ ਦਵੇ ਸੁੰਦਰ ਜੀ, ਤੇ ਤੇਰੇ ਵੱਲ ਵੇਖੇ ਵੀ ਕੋਈ ਨਾ। ਬੜੀ ਸੁੰਦਰ ਰਚਨਾ ਰੀਝ ਲਾ ਕੇ ਉਸਨੇ ਕੀਤੀ ਹੈ 3 ਸਟੇਜਾਂ ਦੇ ਵਿੱਚ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮਹਿ, ਜਿਨੈ ਉਭਾਰਿਆ। ਫਿਰ ਦੇਖ ਅਸਚਰਜਤਾ, ਉਹਦਾ ਕੌਤਕ ਦੇਖ, ਜਿਸ ਗਰਭ ਦੇ ਵਿੱਚ ਪੱਥਰ ਵਰਗਾ ਭੋਜਨ 1.5-2 ਘੰਟਿਆਂ ਦੇ ਵਿੱਚ ਰਾਖ ਹੋ ਜਾਂਦਾ ਹੈ, ਭਸਮ ਹੋ ਜਾਂਦਾ ਹੈ। ਜਠਰ ਅਗਨੀ, ਉਹ ਡਾਈਜੈਸਟਿਵ ਸਿਸਟਮ ਜੋ ਦਾ ਤੇਜ਼ਾਬੀ ਮਾਦਾ ਹੈ, ਸਭ ਕੁਝ ਸਾੜ ਕੇ ਸੁਆਹ ਕਰ ਦਿੰਦਾ ਹੈ, ਵਿਸ਼ਟਾ ਬਣ ਕੇ ਨਿਕਲ ਜਾਂਦਾ ਭੋਜਨ। ਐਸੇ ਗਰਭ ਦੇ ਵਿੱਚ, ਪੇਟ ਦੇ ਵਿੱਚ ਜਿੱਥੇ ਤੇਜ਼ਾਬ ਹੈ, ਉਸ ਜਗ੍ਹਾ ਦੇ ਉੱਤੇ ਤੇਰੇ ਫੁੱਲਾਂ ਵਰਗੇ ਕੋਮਲ ਸਰੀਰ ਨੂੰ ਸੇਕ ਨਹੀਂ ਲੱਗਣ ਦਿੰਦਾ 10 ਮਹੀਨੇ। ਇਹ ਉਹਦੀ ਅਸਚਰਜ ਖੇਡ ਹੈ। ਇਹਨੂੰ ਕਹਿੰਦੇ ਨੇ ਗਰਭ ਅਗਨ ਮਹਿ ਜਿਨੈ ਉਭਾਰਿਆ। ਤੈਨੂੰ ਗਰਭ ਦੀ ਅਗਨ ਤੋਂ ਬਚਾ ਕੇ ਦੁਨੀਆ ਤੇ ਪੈਦਾ ਕਰ ਦਿੱਤਾ। ਅੱਛਾ, ਤੇਰੇ ਜੰਮਣ ਦੇ ਉੱਤੇ ਮਾਂ ਦੀਆਂ ਛਾਤੀਆਂ ਦੇ ਸਹਿਤ ਤੇਰੇ ਲਈ ਦੁੱਧ ਦਾ ਪ੍ਰਬੰਧ ਵੀ ਕੀਤਾ ਉਸਨੇ, ਕਿਉਂਕਿ ਤੂੰ ਹਜੇ ਖਾ ਨਹੀਂ ਸਕਦਾ। ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮਹਿ, ਜਿਨੈ ਉਭਾਰਿਆ ਬਾਰ ਵਿਵਸਥਾ ਤੁਝੈ ਪਿਆਰੈ ਦੂਧ। ਬਾਲਕ ਅਵਸਥਾ ਦੇ ਵਿੱਚ ਤੇਰੇ ਲਈ ਦੁੱਧ ਦਾ ਪ੍ਰਬੰਧ ਕੀਤਾ। ਇਨ ਯੋਰ ਇਨਫੈਂਸੀ, ਜਦੋਂ ਬੱਚਾ ਸੀ ਤੂੰ, He gave you milk to drink, ਉਹਨੇ ਮਾਂ ਦੇ ਰਾਹੀਂ ਤੇਰੇ ਲਈ ਦੁੱਧ ਦਾ ਪ੍ਰਬੰਧ ਕਰ ਦਿੱਤਾ। ਇਹ ਉਹਦੀ ਖਾਸੀਅਤ ਹੈ, ਉਹਦੇ ਗੁਣ ਨੇ। ਅੱਛਾ, ਹੁਣ ਵੱਡਾ ਹੋ ਗਿਆ, ਪਰ ਜੋਬਨ ਭੋਜਨ ਸੁਖ ਸੂਦ, ਬਾਰ ਵਿਵਸਥਾ ਤੁਝੈ ਪਿਆਰੈ ਦੂਧ। ਪਰ ਜੋਬਨ ਭੋਜਨ ਸੁਖ ਸੂਦ, ਜਦੋਂ ਜੋਬਨ ਆਇਆ, ਜਵਾਨੀ ਆਈ, ਹੱਡਾਂ ਨੂੰ ਬਲ ਦੇ ਦਿੱਤਾ ਪਰਮਾਤਮਾ ਨੇ ਵੀ ਹੁਣ ਕਮਾ ਕੇ ਹੱਥੀਂ ਭੋਜਨ ਕਰਿਆ ਕਰ, ਖਾਇਆ ਕਰ ਤੇ ਸੁਖੀ ਰਿਹਾ ਕਰ। ਇਹ ਉਹਦਾ ਅਹਿਸਾਨ ਹੈ, ਇਹ ਉਹਦੇ ਹੱਥ ਵਿੱਚ ਹੀ ਹੈ ਨਾ। ਕਈ ਲੰਗੇ ਲੂਲੇ ਪੈਦਾ ਕਰ ਦਿੰਦਾ, ਕਿਸੇ ਦਾ ਜ਼ੋਰ ਥੋੜੀ ਹੈ। ਤੇ ਜੇ ਤੈਨੂੰ ਨਵਾਂ ਨਰੋਹਾ ਸਰੀਰ ਦਿੱਤਾ ਹੈ, ਇਸ ਰੂਹੇ ਜ਼ਮੀਨ ਤੇ ਪੈਦਾ ਕੀਤਾ ਹੈ, ਉਹਦੇ ਉਪਕਾਰ ਸਮਝ ਕੇ ਉਹਦੇ ਗੀਤ ਗਾਇਆ ਕਰ, ਜਿਸਨੇ ਸਭ ਕੁਝ ਦਿੱਤਾ ਹੈ। ਕਹਿੰਦੇ ਬਿਰਧ ਭਇਆ ਉਪਰ ਸਾਖ ਸੈਨ, ਪਰ ਜੋਬਨ ਭੋਜਨ ਸੁਖ ਸੂਦ। ਬਿਰਧ ਭਇਆ ਉਪਰ ਸਾਖ ਸੈਨ, ਹੁਣ ਹੋ ਗਿਆ ਬੁੱਢਾ, ਜਵਾਨੀ ਗਈ ਲੰਘ। ਤੇ ਬਜ਼ੁਰਗਾਂ ਦੀ ਹਸਤੀ ਬੱਚਿਆਂ ਵਰਗੀ ਹੈ। ਜਿਵੇਂ ਬੱਚਾ ਤੋੜ ਕੇ ਬੁਰਕੀ ਨਹੀਂ ਲੈ ਸਕਦਾ, ਬਜ਼ੁਰਗੀ ਵਿੱਚ ਸਰੀਰ ਐਸਾ ਹੋ ਜਾਂਦਾ ਬੁਰਕੀ ਲੈਣ ਦੇ ਕਾਬਲ ਨਹੀਂ ਰਹਿੰਦਾ, ਬੁਰਕੀ ਤੋੜਨ ਦੇ ਕਾਬਲ ਨਹੀਂ ਰਹਿੰਦਾ। ਹੁਣ ਬੱਚੇ ਦਿੱਤੇ ਨੇ, ਬਿਰਧ ਭਇਆ ਉਪਰ ਸਾਖ ਸੈਨ, ਸੇਵਾ ਵਾਸਤੇ ਸਾਖ ਸੰਬੰਧੀ ਬੱਚੇ ਦਿੱਤੇ ਨੇ। ਤੇ ਬਾਣੀ ਇਹ ਸਮਝਾਉਂਦੀ ਹੈ ਬੱਚਿਆਂ ਦਾ ਇਹ ਫਰਜ਼ ਹੈ। ਕੀ ਫਰਜ਼ ਹੈ? ਮੁਖ ਅਪਿਆਓ ਬੈਠ ਕਉ ਦੈਨ। ਜਿਵੇਂ ਤੁਹਾਡੇ ਮੁਖ ਵਿੱਚ ਤੁਹਾਡੇ ਮਾਤਾ ਪਿਤਾ ਬੁਰਕੀਆਂ ਪਾਉਂਦੇ ਸੀ ਜਦੋਂ ਤੁਹਾਡੀ ਹਸਤੀ ਕਮਜ਼ੋਰ ਸੀ, ਹੱਡਾਂ ਵਿੱਚ ਬਲ ਨਹੀਂ ਸੀ, ਹੁਣ ਬਜ਼ੁਰਗ ਦੀ ਹਸਤੀ ਕਮਜ਼ੋਰ ਪੈ ਗਈ ਹੈ, ਇਦਾਂ ਬੁਰਕੀਆਂ ਦਿਓ ਇਹਨਾਂ ਨੂੰ ਜਿਵੇਂ ਬਚਪਨ ਵਿੱਚ ਤੁਹਾਨੂੰ ਬੁਰਕੀਆਂ ਦੇ ਕੇ ਪਾਲਿਆ ਸੀ ਇਹਨਾਂ ਮਾਪਿਆਂ ਨੇ। ਤੇ ਆਪਾਂ ਦੇ ਹੋਰ ਹੀ ਬੰਨੇ ਚੱਲ ਪਏ ਆ। ਜਦੋਂ ਬਾਪੂ ਕਮਾਉਣ ਜੋਗਾ ਨਹੀਂ ਰਹਿੰਦਾ ਤੇ ਘਰੋਂ ਵੀ ਮੰਜਾ ਬਾਹਰ ਕੱਢ ਦੇਈਦਾ ਉਹਦਾ। ਜਦੋਂ ਤੇਰੇ ਹੱਡਾਂ ਵਿੱਚ ਬਲ ਨਹੀਂ ਸੀ, ਬੁਰਕੀਆਂ ਇਹ ਬਾਪੂ ਇਹ ਮਾਤਾ ਦਿੰਦੀ ਸੀ। ਅੱਜ ਇਹ ਬਜ਼ੁਰਗੀਆਂ ਮਾਣ ਰਹੇ ਨੇ, ਅੱਜ ਬੁਰਕੀ ਇਹਨਾਂ ਦੇ ਮੂੰਹ ਵਿੱਚ ਤੂੰ ਪਾਉਣੀ ਹੈ। ਇਹ ਪਰਿਵਾਰ ਬਾਲ ਬੱਚੇ ਇਸ ਲਈ ਨੇ। ਬਿਰਧ ਭਇਆ ਉਪਰ ਸਾਖ ਸੈਨ, ਮੁਖ ਅਪਿਆਓ ਬੈਠ ਕਉ ਦੈਨ। ਅੱਛਾ, ਅੰਤਲੇ ਸਮੇਂ ਤੱਕ ਉਹਦੇ ਅਹਿਸਾਨ, ਉਹਦੇ ਉਪਕਾਰ ਇਤਨੇ ਨੇ। ਮਹਾਰਾਜ ਕਹਿੰਦੇ ਅਸੀਂ ਫਿਰ ਵੀ ਉਹਨੂੰ ਯਾਦ ਨਹੀਂ ਕਰਦੇ। ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਹੋ ਤਉ ਨਾਨਕ ਸੀਜੈ। ਮਹਾਰਾਜ ਇਹ ਨਿਰਗੁਣ ਬੰਦਾ, ਨਿਗੁਣਾ ਬੰਦਾ, ਅਹਿਸਾਨ ਫਰਾਮੋਸ਼ ਬੰਦਾ, ਅਕ੍ਰਿਤ ਘਣ ਬੰਦਾ ਤੇਰੇ ਕੀਤੇ ਅਹਿਸਾਨਾਂ ਨੂੰ ਭੁਲਾ ਬੈਠਾ ਹੈ।
ते जिहड़ा तैनूं भुल जांदा है वो मुक्त नहीं हुंदा, ना दुखां तो, ना तकलीफां तो, ना विकारां तो, ना 84 लख जून तो। पर बच्चे सदा ही सदीवी ही भुल्लणहार ने, तू बख्शिंदा है। जिवें बच्चियां दे कीते गुनाह माता पिता बख्श लैंदे ने, गुरु पातशाह साडे लई अरदास करदे ने, बख्श लिहो तो नानक सीजै। ऐ परमात्मा, ये मनुखता तेरी औलाद है, इन्हां औगणहारे बंदियां नूं बख्श लै, तां ही सीजै भाव ये मुक्त हो सकदे ने। इन्हां नूं आप तू गल ना लाउणा कर। सो बड़े एहसान ने साडे ते परमात्मा दे, उपकार बड़े ने, गुण बड़े करदा है साडे नाल। उन्हां गुणां नूं याद करके गुरु अर्जन साहब कहंदे ने, गुण गोपाल गाओ नीत नित, ओदे गुणां नूं चेते कर, उपकारां नूं चेते कर और सदीवी गाया कर। अगलियां पंक्तियां विच पातशाह कहंदे ने, राम नाम धार चीत रहाओ। और नाल ये भी कह दिता है, जदों राम दे गुणां नूं कर्म नाम उसदे गौणे ने, कीते एहसान याद करके उसदे गीत गौणे ने। जुबान ते गावे पर चेते विच भी वो होना चाहिदा है। गाउण दे नाल नाल सिमरना भी है, सिमरती विच भी रखना है, याद विच भी उसनूं रखना है, चित्त विच उसदे नाम नूं टका के भी रखना है। इत्थे राम लफ्ज़ है, राम। राम लफ्ज़ दे अर्थ बड़े ने। किसे हिंदू वीर नूं पुछोगे ते वो आखेगा जी श्री रामचंद्र महाराज लई है, उन्हां लई राम वो है। सिख जगत दे लई राम की है? राम दा मतलब है जो सारे रव रहा है, जो रमया होया है। राम रमन तरन पै सागर, रमत राम सब रहियो समाए। जेड़ा हर जरे दे विच समाया, रोम रोम विच रमया परमात्मा है, उसनूं राम कहा है। सिख जगत अंदर राम दा मतलब है अकाल पुरख। सनातन मत हिंदू वीर राम कहंदे ने दशरथ दे लखते जिगर श्री रामचंद्र जी नूं। सो इत्थे फर्क है। रामचंद्र जी महाराज अकाल पुरख दे भेजे अवतार ने, पर अकाल पुरख दी सब तो बुलंद हस्ती है। सिख जगत अकाल पुरख नूं रमे होए राम नूं ध्याउंदा है। खैर, राम दा मतलब है ईश्वर, परमात्मा। कहंदे रमे होए राम नूं जो सवास बन के तेरे च रमिया है, उस राम नूं चेते विच भी लिया। शरीर विच ते तेरे अगे ही है, पर चेते च नहीं है। करोड़ां चों किसे एक दे चेते विच हुंदा है। कोटन मह नानक को नारायण जिहे चीत, बाकी ते सारियां नूं भुलिया होया है। कहंदे उहदा जिहड़ा नाम है जो सदीवी रहन वाला है, ऐसे नाम नूं हिरदे विच वसाओ ते जुबान दे नाल गाओ। सदीवी उस परमात्मा दे गीत गाउंदे रहो। बाइबल विच खुदा दे नाम नूं वर्ड करके लिखिया है। गुरबाणी विच शब्द सतनाम नाम बेअंत नाम आउंदे ने। शब्द आदक बड़ा कुछ इस बाबत आउंदा है। जो प्रभु दा बोधक करवावे, जो प्रभु दा ज्ञान करावे, जिन्हों कहंदे ने साचा नाम की लागै भूख, उत भूखै खाए चली है दुख। ऐसा परमात्मा दा नाम, उहदा अभ्यास कीता जावे, जुबान नाल गाया जावे, हिरदे विच उसनूं टकाया जावे, उचारण कीता जावे। वो सतनाम जिहड़ा त्रिकाल आबाद सदा एक रस रहन वाला है, सदीवी है जो नाम। चित कहंदे ने अंतशकरण नूं, हिरदे नूं, मन नूं। चित दी थां ते चीत लफ्ज़ वरतिया जांदा है। भाई नंद लाल कहंदे रब नूं पाउण दा यही तरीका है। जुबान गावे ते चेते विच उसदी याद टिकी रवे।
कहंदे रह रसाने राहे हक आमद अमद। रह रसाने राहे हक आमद अदब हम बदल यादे खुदा ओ हम बलब। दीन दुनिया दे मालक गुरु गोबिंद सिंह पातशाह दे चरना दे भौरे भाई नंद लाल परशियन विच फारसी विच ये लफ्ज कहंदे ने, कहंदे रब ताईं जाण दा रस्ता, रब ताईं जाण दा रस्ता। रसाने मतलब पहुंचाउण वाला, रह मतलब रस्ता, आमद मतलब आया है। की रस्ता है भाई नंद लाल जी दसो? कहंदे हम बदल यादे खुदा ओ हम बलब। कहंदे रस्ता यह है, बदल दा मतलब है दिल, दिल दे नाल, ते यादे दा मतलब है चिंतन करना, याद करना। ओ हम बलब ओ दा मतलब अते हम दा मतलब भी। कहंदे याद करन दे नाल नाल बलब बुल्लां दे नाल गाउणा है उसनू। रब ताईं पहुंचण दा यही रस्ता है। जिवें गुरु अर्जन साहब कहंदे ने, गुण गोपाल गाओ नीत, राम नाम धार चीत। जुबान नाल गाउणा ते हिरदे विच टकाउणा। जिस दे पास ऐसी करनी है कहंदे उसनू परमात्मा मिल जाता है। अंतर गुर आराधना जिहवा जप गुर नाओ। जिहड़े कहंदे ना नाम जपना तोता रटन है, वो ध्यान नाल सुनना। रटन कीते तो बिना भी गल नहीं बनती। रटन करन वाला भी खुदा नू पा लैंदा है ते हिरदे च टकाउण वाला भी पा लैंदा है। अंतर गुर आराधना जिहवा जप गुर नाओ। नेत्री सतगुर पेखना, श्रवणी सुनना गुर नाओ। सतगुर सेती रतिया दरगह पाइया थाओ। जेड़ा ये गुण धार लवे, जुबान नाल गावे, हिरदे च टकावे, अखां नाल गुरु दे दर्शन करे, मस्तक अपना गुरु दे अगे झुकावे, कहंदे दरगाह दे विच जगह उसनू ही मिलदी है। ओही निजात हासिल करदा है। सो अगे दीन दुनिया दे मालक गुरु पातशाह फरमान करदे ने। प्रतख हर गुरु अर्जन साहब इत्थे हुक्म करदे ने, छोड़ मान तज गुमान, मिल साधु आकै संग। कहंदे देख, रब नू मान अभिमान हंकार नहीं चंगा लगदा। इहदे कोलों बचा करना कठिन है। मैं तो हर बंदे च है, कोई विरला ही है जिहड़ा हंकार तो रहत होवेगा। हर कोई दावा पिया करदा भी सब कुछ मैं ही हां। हां, जिन्हां ने मन नूं साधिया मैं मुकाई है, ऐसे साधुआं दी संगत कर ते तेरा मान अहंकार चकनाचूर हो जावे। जिहड़े पहुंचे ने गुरु पातशाह तक, उन्हां दी संगत कर। कहंदे छोड़ मान, मान नूं छड्ड भी मैं कुछ हां, मेरा कोई रुतबा है, मेरी कोई जात है। इस अहंकार नूं छड्ड, गुमान नूं छड्ड। संत जनां दी संगत विच छड्डिया जा सकदा है। मान दा भाव है गुरूर, जात दा, माया दा, तख्त दा, रुतबे दा, मरातबे दा हंकार। कहंदे ये छड्ड दे। तज दा मतलब है त्याग दे, इसनूं इहदे कोलों दूर हो जा। जिहड़ा गुमान लफ्ज है ना, ये फारसी दा लफ्ज है, आपां आम पंजाबी विच वरतदे हैं। गुमान दा मतलब हुंदा है हंकार दा ख्याल। मैं दानी है, मैं करता है, मैं कमाई करदा है, मैं ये कीता, मैं वो कीता। कीता तो कुछ नहीं है। जे वो रंचक मात्र समय लई तेरे कोलों साह लै लवे ते तू कुछ नहीं कर सकदा। ओदा बख्शिया वजूद है, तेरे कोले शरीर है ते तू कुछ कर पाउना है। मैं तपिया, मैं भगत, मैं सेवादार, ये मैं दा गुमान कहंदे छड्ड दे। तू कुछ नहीं है, मिट्टी है। वो उड़ा रहा है, उन्ना चिर रुढ़ेगा जिन्ना चिर उड़ा रहा है।
जिस दिन सत्ता खिंच लई उस दिन मिट्टी हो जावेगा। एक शायर ने एक बोल पुरजोर कलम चों पैदा किया, कहंदा उड़ने दो मिट्टी को कहां तक उड़ेगी, उड़ने दो मिट्टी को कहां तक उड़ेगी, हवा रुकेगी तो हवा रुकेगी तो जमीन पर ही गिरेगी। ये जदों हवा खिंच लई, सवास खिंच लए, गुरु नानक साहब कहंदे नानक ढेरी शार की भी फिर होई शार, कहंदे तू मिट्टी हो जाना है। सो गरूर छड्ड, गुमान छड्ड, मैं हां कहंदे तू कुछ भी नहीं है। जिन्हां ने मैं त्यागी है उन्हां महापुरुषां दी संगत विच बैठ, उथों तैनू जाच आवेगी हंकार नू दूर करन दी। साध कौन हुंदा है? पूर्ण पुरुष। साध दा मतलब है पूर्ण कामयाबी, मन नू साध लेना, कारज नू नेपरे चाड़ लेना, पूर्णता, कमालियत। साध दा मतलब जिसने साधना करके इंद्रे काबू च कर ले, अख नक कान नद किंदरे जित ले, जिसने मन ते पकड़ पा लई, मन नू साध लिया। एक कर्म मुशक्कतां घाल के, रब दे गीत गा के, बाणी पढ़ के ही कीता जा सकता है। निर्मल शोभा अमृत ताकी बाणी, एक नाम मन माहे समानी, दुख रोग बिनसै पै परम, साध नाम निर्मल ताकै। कहंदे उन्हां बाणी पढ़ी, पढ़दे पढ़दे बाणी, पढ़दे पढ़दे जपदे जपदे नाम, उस नाम दे विच ही समा गए, अकाल पुरख दा रूप हो गए। नाम नू जपदियां अकाल पुरख विच अभेदता हासिल होई, ते जेड़ा अकाल पुरख विच अभेद हो गया, दुख रोग बिनसै पै भरम, ओदे तन दे दुख गए, मन दा डिप्रैशन, चिंतावां, सोग मिट गए। कहंदे ओ किसे दा भै नहीं रखदा, ओदे जेड़े कर्म ने वो शुभ हुंदे ने, चंगे कर्म करदा है। सत संतोख दया धर्म खिमा दा धारनी है, ओदे बड़े निर्मल कर्म ने, मैल तो रहत हुंदा है। वो ऐसे साधुआं दी संगत कर जिन्हां इंद्रियां नू साधिया है, मन नू जित्तिया है, उन्हां दी संगत विच मान घुमान दी मैल तेरी भी लह जावेगी। सो महाराज अगे फरमान करदे ने, उन्हां दी संगत बैठ के की करना है। हर सिमर एक रंग मिट जाहे दोख मीत। साधुआं दी संगत विच बैठ के हरि परमेश्वर नू सिमरना है। हर दा मतलब जो तुहाडे दुख हर लैंदा है, हर दा मतलब खो लैंदा है दुख, तुहाडे साड़ दिंदा है दुख, जो तुहानू हरिया भरिया रखदा है, नवें नरोए रखदा है। कहंदे हरि दे नाम नू सिमर। सिमरना जुबान दा विशा नहीं, जपना जुबान दा विशा है। सिमरन दा मतलब है याद करना, ये चित्त दे अंदर उसनू टिकाउणा, ये मन दा विशा है, याद विच बिठाउणा। महाराज कहंदे ना जेड़े सिमरदे ने ना, सिमर नाम पुन्नी सब इच्छा, जन नानक पैज रखाई है। तेरी हर इच्छा पूरी हो जाएगी जे सिमरन करेगा, ते हर तैनू दात मिलेगी। ऐसी कृपा है, ही विल फुलफिल ऑल योर विशेस। जो भी मन इच्छित फल है तैनू गुरु नानक बख्श देगा अगर तू सिमरन करेगा। ते नाल लफ्ज है सिमरन करना किदां है, रंग लफ्ज वरत्या, रंग। महाराज कहंदे हर सिमर एक रंग। रंग दा मतलब हुंदा है आनंद, खुशी, उल्लासा। रंग दा मतलब हुंदा है प्रेम, सहत। सो महाराज कहंदे ने जे तुसीं रंग लफ्ज नू फारसी विच लै लो ते बड़े अर्थ ने, बेअंत अर्थ ने। फारसी विच रंग शर्म नू भी कहा जाता है, खुशी नू भी, नफे नू भी, किस्मत नू भी, बड़े अर्थ ने परशियन विच इस रंग लफ्ज दे। पर इत्थे रंग तो भाव है प्रेम। कहंदे प्रेम सहित सिमर। प्रेम दे नाल उसनू चेते कर, जिवें माई बच्चे नू चेते करदी अपने लखते जिगर नू।
ਜਿਵੇਂ ਇੱਕ ਇਸਤਰੀ ਆਪਣੇ ਖਸਮ ਨੂੰ ਯਾਦ ਕਰਦੀ ਹੈ, ਖਸਮ ਆਪਣੀ ਇਸਤਰੀ ਨੂੰ ਯਾਦ ਕਰਦਾ ਹੈ, ਇਦਾਂ ਖੁਦਾ ਨੂੰ ਪ੍ਰੇਮ ਨਾਲ ਚੇਤੇ ਕਰ। ਪ੍ਰਭ ਕੀ ਉਸਤਤ ਕਰਹੁ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਚਿੱਤ ਨੂੰ ਇਕਾਗਰ ਕਰਕੇ, ਸਾਵਧਾਨ ਹੋ ਕੇ, ਚੌਂਕੜਾ ਮਾਰ ਕੇ, ਇਕਾਗਰਤਾ ਬਣਾ ਕੇ ਪ੍ਰੇਮ ਦੇ ਸਹਿਤ ਉਸ ਪ੍ਰਮਾਤਮਾ ਨੂੰ ਯਾਦ ਕਰੋ। ਅੱਗੇ ਮਹਾਰਾਜ ਆਖਣ ਲੱਗੇ ਫਿਰ ਇਹਦਾ ਫਲ ਕੀ ਮਿਲਦਾ ਹੈ। ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ ਮਿਟ ਜਾਹੈ ਦੋਖ ਮੀਤ। ਪ੍ਰੇਮ ਦੇ ਨਾਲ ਜਪਿਆਂ ਸਿਮਰਿਆਂ ਤੇਰੇ ਵਿੱਚੋਂ ਦੋਸ਼ ਚਲੇ ਜਾਣਗੇ। ਦੋਸ਼ ਕੀ ਹੁੰਦੇ ਨੇ? ਔਗਣ, ਬੁਰਾਈਆਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਬਾਣੀ ਪੜਨ ਵਾਲਾ ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮਦੇ ਕੋ ਐਸਾ ਅਪਰਸ। ਕੋਈ ਵਿਰਲੇ ਨੇ ਜਿਨੇ ਇੰਦਰੀਆਂ ਨੂੰ ਜਿੱਤਿਆ ਹੈ। ਅੱਖਾਂ ਦਾ ਦੋਸ਼ ਕੀ ਹੈ? ਗੈਰ ਇਸਤਰੀ ਦੇ, ਗੈਰ ਮਰਦ ਦੇ ਰੂਪ ਨੂੰ ਨਿਹਾਰਦੇ ਨੇ ਮੰਦੀ ਚਿਤਵਨੀ ਨਾਲ, ਮੈਲੀ ਭਾਵਨਾ ਨਾਲ। ਇਹ ਅੱਖਾਂ ਦਾ ਦੋਸ਼ ਹੈ। ਸਰੀਰ ਵਿੱਚ ਕਈ ਦੋਸ਼ ਨੇ। ਕੰਨਾਂ ਦਾ ਦੋਸ਼ ਹੈ, ਚੁਗਲੀ ਬੜੇ ਸਵਾਦ ਨਾਲ ਸੁਣਦੇ ਨੇ, ਰੱਬ ਦੇ ਗੀਤ ਸੁਣਦਿਆਂ ਹੀ ਨੀਂਦ ਆਉਂਦੀ ਇਹਨਾਂ ਲੋਕਾਂ ਨੂੰ। ਜ਼ੁਬਾਨ ਦਾ ਦੋਸ਼ ਹੈ, ਨਿੰਦਾ ਬੜੀ ਕਰਦੀ ਹੈ, ਸਵਾਦਾਂ ਵਿੱਚ ਗਲਤਾਨ ਹੈ, ਰੱਬ ਦੇ ਗੀਤ ਗਾਉਣ ਨੂੰ ਨਹੀਂ ਤਿਆਰ ਹੈ। ਇਹ ਸਾਰੇ ਦੋਸ਼ ਨੇ, ਸਾਰੇ ਔਗਣ ਨੇ ਸਾਡੇ। ਕਹਿੰਦੇ ਹਾਂ ਬਾਣੀ ਪੜਨ ਵਾਲਾ ਇੰਦਰੀ ਜਿੱਤ, ਇੰਦਰੀਆਂ ਨੂੰ ਜਿੱਤ ਲੈਂਦਾ ਹੈ। ਅੱਖਾਂ ਨੂੰ ਕਾਬੂ ਕਰ ਲਿਆ, ਕੰਨਾਂ ਨੂੰ ਕਾਬੂ ਕਰ ਲਿਆ, ਜ਼ੁਬਾਨ ਕਾਬੂ ਵਿੱਚ ਹੈ। ਪੁਆੜੇ ਦੀ ਜੜ ਸਾਰੀ ਜ਼ੁਬਾਨ ਹੀ ਹੈ, ਕਾਬੂ ਵਿੱਚ ਨਹੀਂ ਹੈ। ਅਲਫਾਜ਼ ਭੱਦੇ ਕੱਢਦੇ ਆ, ਝਗੜੇ ਹੁੰਦੇ ਨੇ, ਫਸਾਦ ਪੈਦਾ ਹੁੰਦੇ ਨੇ। ਸਾਧ ਉਹ ਹੈ ਜਿਹਨੇ ਜ਼ੁਬਾਨ ਕਾਬੂ ਚ ਕਰ ਲਈ, ਇੰਦਰੇ ਕਾਬੂ ਵਿੱਚ ਕਰ ਲਏ। ਇੰਦਰੀ ਜਿੱਤ ਪੰਚ ਦੋਖ ਤੇ ਰਹਿਤ। ਉਹਦੇ ਚ ਪੰਜ ਦੋਸ਼ ਨਹੀਂ ਹੁੰਦੇ, ਉਹਦੇ ਚ ਵਿਕਾਰ ਨਹੀਂ ਹੁੰਦੇ। ਪੰਜ ਦੋਸ਼ ਕੀ ਨੇ? ਇੱਕ ਬਾਣੀ ਚ ਪੰਕਤੀ ਆਉਂਦੀ ਹੈ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇਤਕ ਆਸ। ਮ੍ਰਿਗ ਹਿਰਨ ਨੂੰ ਕਿਹਾ ਜਾਂਦਾ ਹੈ। ਹਿਰਨ ਨੂੰ ਕੰਨਾਂ ਦਾ ਦੋਸ਼ ਹੈ, ਕੰਨਾਂ ਦਾ ਚਸਕਾ ਹੈ। ਧਵਨੀਆਂ, ਆਵਾਜ਼ਾਂ, ਗੀਤ ਸੁਣਨ ਦੀ ਆਦਤ ਹੈ ਉਸਨੂੰ। ਜਿਹੜਾ ਸ਼ਿਕਾਰੀ ਹੁੰਦਾ ਨਾ, ਇੱਕ ਘੜਾ ਲੈਂਦਾ ਉਹ, ਤੇ ਘੜੇ ਦੇ ਉੱਤੇ ਉਹ ਖੱਲ ਬੰਨ ਲੈਂਦਾ ਹੈ, ਸੁੱਕੀ ਹੋਈ ਖੱਲ, ਜਿਵੇਂ ਤਬਲੇ ਤੇ ਵਲੇਟੀ ਹੁੰਦੀ ਨਾ ਤੇ ਤਬਲਾ ਵੱਜਦਾ ਹੈ। ਉਹ ਖੱਲ ਬੰਨ ਕੇ ਉਹਦੇ ਵਿੱਚ ਛੇਕ ਕਰਕੇ, ਮੋਰ ਦਾ ਪੰਖ ਲੈ ਕੇ ਛੇਕ ਵਿੱਚ ਜਦੋਂ ਉਤਾਂਹ ਠਾਂ ਫੇਰਦਾ ਹੈ ਤੇ ਇੱਕ ਆਵਾਜ਼ ਪੈਦਾ ਹੁੰਦੀ। ਉਸ ਸਾਜ਼ ਨੂੰ ਘੰਡਾ ਏੜਾ ਕਹਿੰਦੇ ਨੇ। ਉਹ ਸਾਜ਼ ਸ਼ਿਕਾਰੀ ਜੰਗਲ ਵਿੱਚ ਜਾ ਕੇ ਵਜਾਉਂਦਾ ਹੈ, ਹਿਰਨ ਕੰਨਾਂ ਨਾਲ ਸੁਣਦਾ ਹੈ, ਔਰ ਉਹ ਜੋ ਉਸਨੂੰ ਕੰਨਾਂ ਦਾ ਚਸਕਾ ਸੀ ਖਿੱਚ ਕੇ ਸਾਜ਼ ਵੱਲ ਲੈ ਆਉਂਦਾ ਹੈ। ਤੇ ਸ਼ਿਕਾਰੀ ਫਿਰ ਉਹ ਸਾਜ਼ ਰੱਖ ਕੇ ਸ਼ਿਕਾਰ ਕਰ ਲੈਂਦਾ ਹੈ ਹਿਰਨ ਦਾ। ਕੰਨਾਂ ਦਾ ਚਸਕਾ ਲੈ ਡੁੱਬਿਆ ਹਿਰਨ ਨੂੰ। ਬੰਦੇ ਚ ਵੀ ਦੋਸ਼ ਹੈ, ਬੜੀ ਨਿੰਦਾ ਸੁਣਦਾ ਹੈ, ਬੜੇ ਗੰਦੇ ਮੰਦੇ ਗੀਤ ਸੁਣਦਾ। ਹਜੇ ਕਿ ਬਾਣੀ ਡੱਕਦੀ ਹੈ, ਮੇਰੇ ਮੋਹਨ ਸਰਵਣੀ ਇਹੋ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਗੰਦੇ ਮੰਦੇ ਗੀਤ ਨਾ ਸੁਣ ਬੰਦਾ ਕਿੱਥੇ ਟਲਦਾ ਹੈ। ਮ੍ਰਿਗ ਵਾਲਾ ਦੋਸ਼ ਹੈ। ਦੂਸਰਾ ਹੈ ਮੀਨ, ਜ਼ੁਬਾਨ ਦਾ ਚਸਕਾ। ਹੁਣ ਮੱਛੀ ਦਾ ਗੁਜ਼ਾਰਾ ਚੰਗਾ ਭਲਾ ਚੱਲਦਾ ਸੀ ਸਮੁੰਦਰ ਵਿੱਚ, ਨਿੱਕੀਆਂ ਮੱਛੀਆਂ ਨੂੰ ਨਿਗਲ ਲੈਣਾ। ਮਛੁਆਰੇ ਨੇ ਕੰਡੇ ਦੇ ਨਾਲ ਮਾਸ ਦਾ ਟੁਕੜਾ ਲਟਕਾਇਆ। ਜਦੋਂ ਮੱਛੀਆਂ ਖਾ ਕੇ ਮੱਛੀ ਦਾ ਗੁਜ਼ਾਰਾ ਚੱਲਦਾ ਸੀ, ਠੀਕ ਸੀ, ਇਹਨੇ ਸੋਚਿਆ ਵੀ ਹੁਣ ਇਹ ਵੀ ਸਵਾਦ ਚੱਖ ਲਈਏ। ਸਵਾਦ ਵਿੱਚ ਕੰਡਾ ਮੂੰਹ ਚ ਪਾਇਆ। ਜਿਹੜੀ ਆਪ ਸ਼ਿਕਾਰ ਨੂੰ ਨਿਕਲੀ ਸੀ ਉਹ ਮਛੁਆਰੇ ਦਾ ਸ਼ਿਕਾਰ ਹੋ ਗਈ, ਗੁਲਾਮ ਹੋ ਗਈ। ਖੁਰਾ ਖੋਜ ਮਿਟ ਗਿਆ। ਖੰਡ ਖੰਡ ਕਰ ਭੋਜਨ ਕੀਨੋ, ਟੋਟੇ ਟੋਟੇ ਕਰਕੇ ਖਾ ਲਿਆ ਗਿਆ। ਮੱਛੀ ਨੂੰ ਜ਼ੁਬਾਨ ਲੈ ਡੁੱਬੀ। ਸਾਨੂੰ ਵੀ ਜ਼ੁਬਾਨ ਦੇ ਬੜੇ ਚਸਕੇ ਨੇ, ਅਸੀਂ ਵੀ ਸਵਾਦਾਂ ਵਿੱਚ ਬੜੇ ਗਲਤਾਨ ਰਹਿੰਦੇ ਆ। ਡਾਕਟਰ ਕਹਿੰਦੇ ਵੀ ਨੇ, ਗੁਰੂ ਪਾਤਸ਼ਾਹ ਬਾਣੀ ਵਿੱਚ ਵੀ ਕਹਿੰਦੇ ਨੇ ਵੀ ਹਿਸਾਬ ਦਾ ਖਾਇਆ ਕਰੋ।
बड़े रोग पैदा होंदे ने, कित्थे टलदे आ? इदां विआह ते जाके खाने जदां अगले महीने कोई कार्ड ही नहीं आउणा हुंदा विआह दा, 5-7 दिनां दा राशन इक्के दिन ही झाड़ जाणगे लोग। जुबान दा चस्का लै पैंदा है, कई रोग पैदा हुंदे ने। नशा पत्ता करते हैं, जुबान दा चस्का लै बैठता है। एक दोख सी हिरन दे विच, कन्नां दा चस्का लै डुबिया। मच्छी नूं जुबान दा चस्का सी, लै डुबिया। तीसरा है भरिंग। भरिंग कहंदे ने भौरे नूं, सुगंधियां मानण दा बड़ा आदी है भौरा, नक दा चस्का है। कमल दे फुल दी हस्ती यह है भी सूरज चढ़े ते खिड़दा है, नहीं ते छप्पड़ दे उपर ओदियां पंखड़ियां पानी दे उपर डिग्गियां रहिंदियां नहीं, मुरझाया रहिंदा है, जड़ ओदी छप्पड़ विच है। सूरज चढ़िया, कौल दा फुल खिड़िया, भौरा खुशबोई मानण लई नजदीक होया, ओदी गोद विच कमल दी बैठ गया और इना मगन हो गया खुशबोई लहण विच, ख्याल ही ना रहा भी सूरज छिपण वाला है, पंखड़ियां समेट लैणियां कौल फुल ने ते मेरी कब्र बन जानी है। ख्याल ना रहा, ऐसा डुबिया सुगंधी बानण विच, सूरज छिप गया, पंखड़ियां कौल फुल ने समेट लईयां। सुबह हुई, सूरज उदय होया, पंखड़ियां खुलियां कमल दियां ते ओ भौरे दी कब्र बनी पई सी, मोया पिया सी, नक दा चस्का लै डुबिया। सानू भी बड़ी आदत है खुशबोइयां मानण दी। कुंचर, गैर दी संगत करन दा दोष हाथी नू बड़ा है, कामी बड़ा हाथी। कहंदे शिकारी ना गत्ते दी हथनी बनाउंदा है, वड्डा टोआ पुट के उत्ते घाह फूस दी छत पा लैंदा है। वो गत्ते दी हथनी जदों हाथी वेखदा है, उहदा संग करन दौड़िया आउंदा है। वो जिहड़ी घाह फूस दी टोए ते पई छत सी, वो हाथी दा भार नहीं सहार सकदी, गत्ते दा भार ते सहार लिया, झल लिया। जदों हाथी हथनी दे नजदीक होया, टोए विच डिग पिया, सदा कुंडे दा गुलाम बन गया। महाराज कहंदे मृग मीन भृंग पतंग कुंचर एक दोख विनाश, पंच दोख असाध जामै ताकि केतक आस। कहंदे उन्हां नूं एक एक दोष लै डुबिया, तेरे च ते सारे ही ने, तेरा किदां बचा होवेगा बंदे? तैनूं अखां दा चस्का, कन्नां दा चस्का, जुबान दा चस्का, गैरां दे शरीर दा संग करन दा चस्का, तैनूं कौन रखे? हुण इक्को ही तरीका है, कहंदे सिमरत नाम दोख सब लाथे, निहत्ते पंज जवान मैं गुरथापी दिती कंड जियो, अंतर बाहर हर प्रभ साथे, सिमरत नाम दोख सब लाथे। तू दोषां तो बचना है ते अकाल पुरख दा नाम जपिया कर, गुरु दी किरपा हो गई, तेरे अंग संग परम ईश्वर रवेगा, जेड़ा तैनू किसे भी दोष किसे भी चस्के दे विच मिटन नहीं दवेगा। गुरु ही रखण वाला है। चौगिरद हमारा राम कर दुख लगे ना, रोगां तो सोगां तो विषयां तो विकारां तो गुरु ही रखण वाला है। नाल लफ्ज वरतिया महाराज ने मीत, की कह रहे ने? हर सिमर एक रंग मिट जाहे, दोख मीत। मित्र क्या है? महाराज सानू मित्र कहंदे ने, क्योंकि मित्र ही मित्र दे काम आउंदा है, मित्र ही मित्र नू चंगी सेहत दिंदा है। महाराज कहंदे ऐ मेरे मित्र सके दोस्त, देख परमात्मा दे गीत गाया कर, दोष मिट जाण, क्योंकि जेड़े दोष ने विकार ने ये 84 दे गेड़ विच अटकाउण दा सरिया ने, साधन ने। याद रख, इन्हां विच जेड़ा डुब गया वो 84 दे गेड़ विच गलतान हो गया, वो दुखां विच रोगां सोगां विच जकड़िया गया। अगे कहंदे ने पार ब्रह्म भय दयाल, जिन्हां ते प्रभु दयाल हो जावे। पार ब्रह्म जगत तो परे जो निर्गुण स्वरूप परमात्मा है, जो पुन्ना पापां तो परे है, वो दयालु बड़ा है। दूसरे दे दुख नूं वेख के चित्त द्रवित हो जाना, तरस आ जाना, उहदा सुभाव ऐसा है। महाराज कहंदे ने
पार ब्रह्म भये दयाल, जिन्हां ते परमात्मा दयालु हो गया, दयावान हो गया। बिनस गए बिखै जंजाल, जिन्हां ने बाणी पढ़ी अकाल पुरख दे गीत गाए, उन्हां ते परमात्मा दयालु होया। फिर फल की मिलिया? बिनस गए बिखै जंजाले। जेड़े पंज विषय ने, ये जेड़े काम क्रोध आदਿਕ विकार ने, बिनस का मतलब है विनाश होना। विनाश संस्कृत का लफ्ज है जिहदे तो बिनस बनिया है, ते बिनस का भाव है मुक जाना, खुरा खोज मिट जाना। जिवें आउंदा ना, जो उपजियो सो बिनस है, मर जाना, खत्म हो जाना। कहंदे काम क्रोध लोभ मोह हंकार तेरे मर जाणगे। बिख दा मतलब जहर वर्गे विकार जो जीवन विच जहर घोल दिंदे ने। काम क्रोध लोभ मोह हंकार जहर घोलदे ने जीवन दे विच। मंदी वासना, मन दी मैली भावना, शब्द स्पर्श रूप रस गंध, ये जितने भी विषय विकार ने। जंजाल दा मतलब हुंदा है जग जाल, संसार दे बंधन, मोह माया दे बंधन, विकारां दे बंधन। ये जितने भी जाल ने, जां इउं समझ लो जंजाल जो जमा दी फाही है, जमकाल दी फाही है, इहदा विनाश हो जावेगा, इहदा खुरा खोज मिट जावेगा। किवें? महाराज कहंदे पार ब्रह्म भये दयाल, बिनस गए बिखै जंजाल। जिन्हां ते परमात्मा दयालु हो जांदा है, उन्हां दे विषय विकार मिट जांदे ने। परमात्मा दयालु होवे, नाम जपण दी आदत पवे। जपना किवें है, एकाग्रता किवें बनदी है, गुमान किवें छड्डना है, उहदे लई संतां दी महापुरुषां दी संगत करनी पैंदी है। अगली पंक्ति विच जो महाराज कह रहे ने, समझण दा यतन करो। कहंदे साध जना कै चरण लागो। महाराज आखण लगे नानक गावै गोबिंद नीत, साधुआं दी संगत विच आ। जना तो भाव उहदे प्यारे जन। जे जन लफ्ज फारसी विच लो ते जन दा मतलब है इस्त्री। आपां सारे ही प्रभु दियां इस्त्रियां, वो साडा खसम है। जे संस्कृत विच जन लफ्ज लो ते फिर है संत। महाराज कहंदे ने ਉਹ ਜਨ ਜਿਨ੍ਹਾਂ ਨੇ ਸਾਧ ਤੋਂ ਭਾਵ ਹੈ ਇੰਦਰੀਆਂ ਨੂੰ ਸਾਧਿਆ ਹੈ, ਮਨ ਨੂੰ ਜਿੱਤਿਆ ਹੈ, ਇੰਦਰੀਆਂ ਨੂੰ ਕਾਬੂ ਵਿੱਚ ਕੀਤਾ ਹੈ। ਕਹਿੰਦੇ ਸਾਧ ਜਨਾ ਕੈ ਚਰਨ ਲਾਗ, ਉਹਨਾਂ ਦੀ ਸੰਗਤ ਵਿੱਚ ਆ। ਭਾਈ ਰੇ ਸੰਤ ਜਨਾ ਕੀ ਰੇਣ, ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ। ਧੇਣ ਸਾਧੂਆਂ ਦੀ ਸੰਗਤ ਵਿੱਚ ਹੀ ਗੁਰੂ ਨੂੰ ਪਾਉਣ ਦੀ ਜਾਚ ਆਉਂਦੀ ਹੈ। ਸਾਧੂ ਦੀ ਸੰਗਤ ਆ। ਬਾਣੀ ਕਹਿੰਦੀ ਹੈ ਨਾ, अंचल गह कै साधका तरना इहो संसार। साधु दा पल्ला फड़ के संसार सागर तो तर जाईदा है। पार ब्रह्म आराध्य है, उधर है सब परिवार। साधु दी संगत करके उहदे कोल बैठ के परमेश्वर नूं आराधो, तुसीं ते पार लगोगे ही। उधर है सब परिवार, समुचा परिवार दुखां रोगां सोगां 84 दे गेड़ तो निजात हासिल कर लवेगा। योर फैमिली विल बी सेव्ड एज वेल, तेरा परिवार भी मुक्ति हासिल करेगा। दे शुड बी एमेंसिपेटेड। साधु दी संगत बैठ के परमात्मा दे गीत गाओ। ते गाउने किवें ने, किस दिन गाउने ने? महाराज कहंदे नानक गावै गोबिंद नीत। नागा नहीं पाउणा, जिवें तन दी खुराक लई नागा नहीं पाउंदे, रोज भोजन लैंदे हो, मन दी खुराक लई नाम दा भोजन लो, नागा नहीं पाउणा। नानक गावै गोबिंद नीत, साधुआं दी संगत विच बैठ के नित गुरु पातशाह दे गीत गाउणे ने। ऐसा महाराज गुरु अर्जन साहिब दा फरमान है। आल जंजाल दुख रोग सोग विकारां दोषां तो रहत होना है। गुरु नानक दे गीत गाओ, बाणी पढ़ो, जीवन सफला हो जांदा है। भुल चुक दी खिमा जी। इत्थे ही दास अपनी विचार नूं संकोचदा है, खिमा जाचना करदा है। 2 पंक्तियां पढ़ के फतेह गजाइए जी। साध जना का चरण लाग, नानक गावै गोबिंद नीत। वाहिगुरु जी का खालसा, वाहिगुरु जी की फतेह।